ਸਤਿ ਸ਼੍ਰੀ ਅਕਾਲ, ਮੈਂ ਰਮਨੀਤ ਕੌਰ ਲਿਵਿੰਗ ਇੰਡੀਆ ਨਿਊਜ਼ ਤੇ ਤੁਹਾਡਾ ਸਵਾਗਤ ਹੈ। ਪਾਕਿਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਇਸ ਸਮੇਂ ਉਥਲ-ਪੁਥਲ ਮਚੀ ਹੋਈ ਹੈ। ਕਿਤੇ ਵੱਖਵਾਦ ਦੀ ਆਗਿਆ ਤੇ ਕਿਤੇ ਅੱਤਵਾਦ ਦਾ ਵਾਧਾ ਦਬਾ। ਕਈ ਥਾਵਾਂ ਤੇ ਆਵਾਮ ਰੋਟੀ ਬਿਜਲੀ ਦੇ ਲਈ ਸੜਕਾਂ ਤੇ ਉਤਰੀ ਹੈ ਤੇ ਕਿਤੇ ਆਰਥਿਕ ਬਦਹਾਲੀ ਸਵਾਲ ਖੜੇ ਕਰ ਰਹੀ ਹੈ। ਇਸ ਸਾਰੇ ਸੰਕਟ ਦੇ ਵਿਚਾਲੇ ਸਭ ਤੋਂ ਜ਼ਿਆਦਾ ਅਗਰ ਚਰਚਾ ਹੋ ਰਹੀ ਹੈ ਤਾਂ ਉਹ ਸ਼ਖਸ ਹੈ ਜਿਸ ਦੇ ਹੱਥ ਪਾਕਿਸਤਾਨੀ ਫੌਜ ਦੀ ਤਾਕਤ ਦੀ ਕਮਾਨ, ਫੀਲਡ ਮਾਰਸ਼ਲ ਆਸਿਮ ਮੁਨੀਰ। ਬਲੋਚਿਸਤਾਨ ਦੇ ਵਿੱਚ ਆਜ਼ਾਦੀ ਦਾ ਐਲਾਨ ਕਰ ਦਿੱਤਾ ਗਿਆ। ਖੈਬਰ ਪਖਤੂਨਖਵਾ ਜਿਸ ਨੂੰ PKK ਵੀ ਕਿਹਾ ਜਾਂਦਾ ਹੈ, ਉੱਥੇ ਕਬਾਇਲੀ ਬਗਾਵਤ ਕਰ ਰਹੇ ਨੇ। POJK ਦੇ ਵਿੱਚ ਆਵਾਮ ਨੇ ਇਸਲਾਮਾਬਾਦ ਦੇ ਖਿਲਾਫ ਵਿਦਰੋਹ ਦਾ ਬਿਗਲ ਵਜਾ ਦਿੱਤਾ। ਜਿਹੇ 'ਚ ਸਵਾਲ ਹੈ ਕਿ ਪਾਕਿਸਤਾਨ 'ਚ ਇੱਕ ਵਾਰ ਫਿਰ ਤੋਂ ਫੌਜੀ ਤਖਤਾ ਪਲਟ ਹੋਣ ਵਾਲਾ ਹੈ। BLA ਦੀ ਚੁਣੌਤੀ ਅਤੇ ਬਲੋਚ ਲਿਬਰੇਸ਼ਨ ਆਰਮੀ ਪਖਤੂਨਖਵਾ ਦੀ ਅਗਰ ਗੱਲ ਕਰੀਏ, ਖੈਬਰ ਪਖਤੂਨਖਵਾ ਦੀ, ਤਾਂ ਉੱਥੇ TTP ਦੇ ਵੱਧਦੇ ਹਮਲਿਆਂ ਨੇ ਵੀ ਚਿੰਤਾ ਵਧਾ ਦਿੱਤੀ ਹੈ। ਇਸ ਪੂਰੇ ਮਸਲੇ ਦੇ ਉੱਪਰ ਚਰਚਾ ਕਰਾਂਗੇ ਕਿ ਆਖਿਰਕਾਰ ਪਾਕਿਸਤਾਨ ਦੇ ਵਿੱਚ ਇੰਨੀ ਬਗਾਵਤ ਕਿਉਂ। ਲੇਕਿਨ ਸ਼ੁਰੂਆਤ ਇੱਕ ਛੋਟੀ ਜਿਹੀ ਰਿਪੋਰਟ ਦੇ ਨਾਲ। ਬਲੋਚਿਸਤਾਨ ਖੇਤਰਫਲ ਦੇ ਲਿਹਾਜ਼ ਦੇ ਨਾਲ ਪਾਕਿਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਸੂਬੇ ਦੇ ਵਿੱਚ ਕਈ ਦਹਾਕਿਆਂ ਤੋਂ ਬਲੋਚ ਸਮੂਹ ਐਕਟਿਵ ਹੈ ਜੋ ਪਾਕਿਸਤਾਨ ਤੋਂ ਜਾਂ ਤਾਂ ਜ਼ਿਆਦਾ ਅਤੇ ਹੋਰ ਖੁਦ ਮੁਖਤਿਆਰੀ ਜਾਂ ਫਿਰ ਇੱਕ ਵੱਖਰਾ ਦੇਸ਼ ਬਣਾਉਣ ਦੀ ਮੰਗ ਕਰ ਰਹੇ ਨੇ। ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਦੇ ਵਿੱਚ ਆਰਮੀ ਤੇ ਸਰਕਾਰ ਦੇ ਖਿਲਾਫ ਗੁੱਸਾ ਕੋਈ ਨਵੀਂ ਗੱਲ ਨਹੀਂ। ਬਲੋਚ ਦਹਾਕਿਆਂ ਤੋਂ ਪਾਕਿਸਤਾਨੀ ਆਰਮੀ ਅਤੇ ਸਰਕਾਰ ਤੋਂ ਆਪਣੇ ਅਧਿਕਾਰਾਂ ਦੀ ਮੰਗ ਕਰਦੇ ਰਹੇ ਨੇ, ਪਰ ਹਾਲ ਹੀ ਵਿੱਚ ਬਲੋਚ ਗੁੱਟ ਖੁੱਲ ਕੇ ਆਜ਼ਾਦੀ ਦਾ ਐਲਾਨ ਕਰ ਰਿਹਾ ਹੈ। ਬਲੋਚਾਂ ਨੇ 11 ਅਗਸਤ ਨੂੰ ਰਿਪਬਲਿਕ ਆਫ ਬਲੋਚਿਸਤਾਨ ਨੇ ਆਜ਼ਾਦੀ ਦਿਵਸ ਦਾ ਐਲਾਨ ਕੀਤਾ। ਬਲੋਚ ਲੀਡਰ ਮੀਰਯਾਰ ਬਲੋਚ ਨੇ ਆਪਣੇ ਐਕਸ ਹੈਂਡਲ ਤੇ ਆਜ਼ਾਦੀ ਦਾ ਐਲਾਨ ਕੀਤਾ ਸੀ। ਇਸ ਪੂਰੇ ਮਾਮਲੇ ਦੇ ਵਿੱਚ ਭਾਰਤ ਦੀ ਭੂਮਿਕਾ ਅਤੇ ਉਸ ਦੇ ਬਿਆਨ ਨੂੰ ਲੈ ਕੇ ਵੀ ਕਾਫੀ ਚਰਚਾ ਹੈ। ਮੀਰਯਾਰ ਬਲੋਚ ਨੇ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਉਸ ਰੁਖ ਦਾ ਸਵਾਗਤ ਕੀਤਾ ਜਿਸ ਦੇ ਵਿੱਚ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੇ ਕੰਟਰੋਲ ਵਾਲੇ ਹੋਰ ਖੇਤਰਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਤੇ ਜਵਾਬਦੇਹੀ ਦੀ ਮੰਗ ਕੀਤੀ ਹੈ। मधु, आपका सवाल देखिए, दो चीज़ें हैं कि दुनिया भर में बहुत सारी घटनाएं होती रहती हैं और इन सभी घटनाक्रमों को हम बड़ी पैनी नज़र से और करीबी नज़र से इसको हम इस पर नज़र रखते हैं। आपको साथ ही साथ मैं ये भी बताना चाहता हूँ कि मानव अधिकार के हनन जिसका एक पक्ष हम लोगों ने अभी देखा पाकिस्तान में, जो पाकिस्तान अधिकृत कश्मीर में अभी कुछ महीनों में जो वहाँ पर मानवाधिकार का हनन हुआ, जिस प्रकार से लोगों को मारे गए, एक बार फिर से इस बात को उजागर करता है कि मानवाधिकार का जहाँ तक बात आती है और लोगों के उनके मानवाधिकार के पक्ष को गारंटी करने की बात आती है, उसमें पाकिस्तान को बहुत कुछ करना है। और हमको लगता है कि जो अभी हाल ही के हिंसा में इतने लोग मारे गए हैं, इस पर अंतर्राष्ट्रीय समुदाय को, पाकिस्तान को जवाबदेही ठहराना चाहिए। ਸੋਸ਼ਲ ਮੀਡੀਆ ਤੇ ਪੋਸਟ ਕੀਤੇ ਗਏ ਇੱਕ ਸੰਦੇਸ਼ ਦੇ ਵਿੱਚ ਮੀਰਯਾਰ ਬਲੋਚ ਨੇ ਸੰਯੁਕਤ ਰਾਸ਼ਟਰ, ਆਸੀਆਨ, ਅਫਰੀਕੀ ਯੂਨੀਅਨ, ਇਸਲਾਮਿਕ ਸਹਿਯੋਗ ਸੰਗਠਨ ਅਤੇ ਯੂਰਪੀਅਨ ਦੇਸ਼ਾਂ ਤੋਂ ਬਲੋਚਿਸਤਾਨ ਦੀ ਦੱਸੀ ਗਈ ਆਜ਼ਾਦੀ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਉਹਨਾਂ ਨੇ ਆਖਿਆ ਕਿ ਦੁਨੀਆ ਨੂੰ ਬਲੋਚਿਸਤਾਨ ਵਿੱਚ ਪਾਕਿਸਤਾਨ ਦਾ ਸੂਬਾ ਕਹਿਣ ਦੀ ਬਜਾਏ ਇੱਕ ਸੁਤੰਤਰ ਦੇਸ਼ ਵਜੋਂ ਦੇਖਣਾ ਚਾਹੀਦਾ ਹੈ। ਤਾਂ ਇਸ ਪੂਰੇ ਮੁੱਦੇ ਦੇ ਉੱਪਰ ਚਰਚਾ ਕਰਾਂਗੇ। ਸਾਡੇ ਨਾਲ ਗੈਸਟ ਵੀ ਜੁੜਨਗੇ, ਪਾਕਿਸਤਾਨ ਤੋਂ ਸੀਨੀਅਰ ਜਰਨਲਿਸਟ ਵੀ ਜੁੜਨਗੇ। ਫਿਲਹਾਲ ਮਹਿਰਾਬ ਬਲੋਚ ਸਾਡੇ ਨਾਲ ਜੁੜ ਚੁੱਕੇ ਨੇ, ਬਲੋਚ ਐਕਟਿਵਿਸਟ ਨੇ, ਅਤੇ ਦਲਜੀਤ ਸਿੰਘ ਚੀਮਾ ਰਿਟਾਇਰਡ ਕਰਨਲ ਜੁੜ ਚੁੱਕੇ ਨੇ। ਦੋਨਾਂ ਮਹਿਮਾਨਾਂ ਦਾ ਸਵਾਗਤ ਹੈ ਲਿਵਿੰਗ ਇੰਡੀਆ ਨਿਊਜ਼ ਤੇ। ਥੈਂਕ ਯੂ ਜੀ। ਮਹਿਰਾਬ ਜੀ, ਮੈਂ ਤੁਹਾਡੇ ਤੋਂ ਇਹ ਸਮਝਣਾ ਚਾਹੁੰਦੀ ਹਾਂ ਕਿ ਆਖਿਰਕਾਰ ਪਾਕਿਸਤਾਨ ਦੇ ਖਿਲਾਫ ਕਿਉਂ ਮੋਰਚਾ ਖੋਲਿਆ ਗਿਆ, ਕਿਉਂ ਵਿਦਰੋਹ ਹੈ। ਕਾਫੀ ਸਮੇਂ ਤੋਂ ਲੰਬਾ ਸੰਘਰਸ਼ ਬਲੋਚਿਸਤਾਨ ਕਰ ਰਿਹਾ ਹੈ। 1948 ਦੀ ਅਗਰ ਗੱਲ ਕਰ ਲਈਏ, ਉਸ ਤੋਂ ਬਾਅਦ ਸਮੇਂ-ਸਮੇਂ ਦੇ ਉੱਪਰ ਪ੍ਰਦਰਸ਼ਨ ਹੁੰਦੇ ਰਹੇ ਨੇ। ਪਾਕਿਸਤਾਨੀ ਸਰਕਾਰ ਤੇ ਫੌਜ ਨੂੰ ਸਵਾਲਾਂ ਦੇ ਕਟਾਰੇ 'ਚ ਖੜਾ ਕੀਤਾ ਜਾ ਰਿਹਾ ਹੈ। ਲੇਕਿਨ ਪਾਕਿਸਤਾਨੀ ਫੌਜ ਦੀ ਜਾਂ ਸਰਕਾਰ ਦੀ ਗੱਲ ਕਰ ਲਈਏ ਤਾਂ ਉਹ ਕਹਿੰਦੇ ਨੇ ਕਿ ਅਜਿਹਾ ਕੁਛ ਨਹੀਂ, ਅਸੀਂ ਬਲੋਚਿਸਤਾਨ ਦੇ ਨਾਲ ਹਾਂ। ਬਲੋਚਿਸਤਾਨ ਪਾਕਿਸਤਾਨ ਤੋਂ ਵੱਖ सूबे की मंग नहीं करता, देश की मंग नहीं करता। जी, अगर आप सवाल उर्दू में पूछे अच्छा होगा, लेकिन थोड़ी मैं पंजाबी समझता हूँ लेकिन क्लियरली मैं नहीं समझता हूँ। मैं आपकी सवाल को सही तरह समझ चुका हूँ। आप कहते हैं कि पाकिस्तान कहता है कि बलोच आज़ादी की मांग नहीं कर रहे हैं। बिल्कुल बिल्कुल, यही सवाल था मेरा। जी बिल्कुल। बलूचिस्तान जब पाकिस्तान से पहले 2 दिन पहला उसकी आज़ादी ब्रिटिश से लिया था। बलूचिस्तान कभी भी इंडिया की प्रिंसली एस्टेट नहीं रहा है। 16th सेंचुरी से अब तक
इंडिया और पर्शिया, जी ये बलूचिस्तान हमेशा वफा इस्तेत रहा है। इंडिया ने बलूचिस्तान के ऊपर क्लेम किया है, पर्शियन ने क्लेम किया है, पाकिस्तान वहां वजूद ही नहीं था। हालांकि अफगानिस्तान भी वजूद में नहीं था, क्योंकि उधर ही अफगानी ज्यादा तक हिंदुस्तान की शो करते थे अगलब। तो बलूचिस्तान ट्रीटी की जो क्रॉन ट्रीटी था, सेपरेट था ये सब इंडियन सब कॉन्टिनेंट या प्रिंसली स्टेट, ये समझना चाहिए। लेकिन बलूचिस्तान पाकिस्तान की इल्हाक होने से रिजेक्ट किया। बलूचिस्तान की दोनों जब कंट्री में वजूद में आया तो बलूचिस्तान पाकिस्तान को इल्हाक नहीं किया, इंडिया को भी इल्हाक नहीं किया, क्योंकि वो लोग ब्रिटिश से, जैसे ही ओमान प्रोटेक्टर था ब्रिटानिया का, बलूचिस्तान भी यानी कि ब्रिटिश प्रोटेक्टर था बलूचिस्तान का। बलूचिस्तान को आजादी मिल गया तो अंग्रेज और जिन्ना को ये अच्छा नहीं लगा, ये दोनों ने मिलकर बलूचिस्तान को हड़प कर दिया। मोहम्मद अली जिन्ना जब अपने आप को गवर्नर जनरल बनाया और ब्रिटिश से, वो कलात और लासबेला और मक्कुरान जो डिस्ट्रिक्ट है कलात का, उन्होंने प्रिंसली स्टेट डिक्लेयर किया था। ब्रिटिश रिजेक्ट किया था। खारान और लासबेला कभी उन्होंने अपील किया था हमें प्रिंसली स्टेट रिकॉग्नाइज करो, ब्रिटिश ने रिजेक्ट किया था। यू आर ए सब्जेक्ट सजेनरी या प्रोटेक्शन, ये कलात का है जो कैपिटल है। तो ब्रिटिश हमेशा बलूचिस्तान को एक मुल्क मानता था। वो जो ब्रिटिश बलूचिस्तान हम कहते हैं वो लीज लैंड था, खान ऑफ कलात लीज पे ब्रिटिश को दिया था। उसमें 50,000 रुपया मेरे ख्याल में सालाना ब्रिटिश ने रेंट खान ऑफ कलात वसूल करता था। तो ये पाकिस्तान की जो बात है, बिल्कुल बलूचिस्तान आजादी चाहता है। बलूचिस्तान की वॉर आवर ये पानी का नल, बिजली का नल, बचत ये नहीं है। बलूच इज ए सवरेन नेशन, वो अपनी जमीन में अपनी सवरेंटी को चाहता है। जो भी पाकिस्तान अगर वहां गोल्ड की क्या कहते हैं शाद की नारायण वहां से जारी करें, बलोच फिर भी आजादी चाहता है। दिस इज बलोच ऑनर, बलोच डिग्निटी। जो आपको आजादी नहीं है, बलोच पाकिस्तान से पहले अपने आप को एक बलोच मानता था। आप रिकॉर्ड चेक करके लॉर्ड क्रिजन की आप स्टेटमेंट ले हो, सारे ये कॉलोनाइजर है। ये देखो, बलोच हमेशा अपने आप को नेशन समझता था। वो ये जो बलूचिस्तान है ईरान और पाकिस्तान अफगानिस्तान में, ये हमेशा अपनी सरजमीन मांगता था। तो पाकिस्तान की ये बिल्कुल ये कहता है कि बलोच ये बलोच एब्सोल्युटली स्ट्रगल फॉर इंडिपेंडेंट बलूचिस्तान। वो अपनी सरजमीन में अपनी सवरेंटी चाहता है इक्वल तो सारा नेशन जो अपने आप हमेशा स्टोरी में ऐसे ही रहा है। ठीक है जी। ਦਿਲਜੀਤ ਜੀ ਤੁਸੀਂ ਇਹ ਕਿਵੇਂ ਦੇਖਦੇ ਹੋ? ਦੇਖੋ ਸਭ ਤੋਂ ਪਹਿਲਾਂ ਪੀਓਜੇਕੇ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਬਣਦੇ ਨੇ, ਖੈਬਰ ਪਖਤੂਨਖਵਾ ਦੇ ਵਿੱਚ ਜੋ ਹਾਲਾਤ ਦਿਖਾਈ ਦੇ ਰਹੇ ਨੇ, ਬਲੋਚਿਸਤਾਨ ਦੇ ਵਿੱਚ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਨੇ, ਕਿਉਂਕਿ ਮਹਿਰਾਬ ਜੀ ਤੋਂ ਤੁਸੀਂ ਸੁਣਿਆ ਕਿ ਉਹ ਕਹਿ ਵੀ ਰਹੇ ਨੇ ਕਿ ਅਸੀਂ ਤਾਂ ਪਾਕਿਸਤਾਨ ਦੇ ਨਾਲ ਅਸੀਂ ਰਹਿਣਾ ਹੀ ਨਹੀਂ ਚਾਹੁੰਦੇ। ਉਹਨਾਂ ਨੇ ਆਪਣਾ ਰਾਸ਼ਟਰਗਾਨ ਝੰਡਾ, ਨਾਲੀ ਝੰਡਾ, ਕਰੰਸੀ ਸਾਰਾ ਕੁਝ ਅਲੱਗ ਬਣਾਉਣ ਦਾ ਦਾਅਵਾ ਵੀ ਕੀਤਾ ਹੈ। ਪਾਕਿਸਤਾਨ ਦੇ ਵਿੱਚ ਜੋ ਇਸ ਵਕਤ ਬਗਾਵਤ ਉੱਠੀ ਹੈ, ਜੋ ਇਸ ਵਕਤ ਦੀ ਸਿਚੁਏਸ਼ਨ ਹੈ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? महराज साहब ने जी जिवें हिस्टरी ट्रेस की है और सारी दुनिया जानती है इस हिस्टरी को कि ब्रिटिश जिहड़े ने ना वो बिल्कुल बलोचिस्तान नूं एक इंडिपेंडेंट कंट्री डिक्लेयर करना चाहते सन। 47-48 दे विच जबरदस्ती उत्थे जिहड़ा प्रिंस सी उन्हां दा नाम मैनूं भुल गया, उन्हां प्रिंस नूं जबरदस्ती उन्हां उत्ते दबाव पा के प्रैशर पा के इन्हां ने बलोचिस्तान नूं पाकिस्तान दे नाल मिला लिया। जी जी उदों तो ये प्रॉब्लम शुरू हुई 47-48 तो 55-60 दे विच जदों प्रिंसरी इन्हां ने सारे जिहड़े खत्म कीते प्रिंस ते उन्हां नूं नाल मिलाया, ਉਹਦੇ ਬਾਅਦ ਫਿਰ ਵੱਧ ਗਈ। ਉਹਦੇ ਬਾਅਦ 2006 ਦੇ ਵਿੱਚ ਜਦੋਂ ਨਵਾਬ ਭੁਗਤੀ ਨੂੰ ਜਿਹੜੇ ਏਡੇ ਵੱਡੇ
ਬਲੋਚਿਸਤਾਨ ਦੇ ਲੀਡਰ ਸਨ, ਉਹਨਾਂ ਨੂੰ ਜਦੋਂ ਕਤਲ ਕੀਤਾ ਗਿਆ ਔਰ ਇਹਦੇ ਚ ਜਨਰਲ ਜ਼ਿਆਉਲ ਹਕ ਨੇ ਜਿਹੜੀਆਂ ਜ਼ੁਲਮ ਕੀਤਾ, ਤਸ਼ੱਦਦ ਕੀਤਾ ਇਹਦੇ ਉੱਤੇ, ਦੇਖੋ ਇਹਦੇ ਚ ਕੋਈ ਸ਼ੱਕ ਨਹੀਂ ਕਿ ਜਿਹੜੇ ਬਲੋਚਿਸਤਾਨ ਹੈ ਉਹ ਇੱਕ ਇੰਡੀਪੈਂਡੈਂਟ ਕੰਟਰੀ ਹੈ, ਹੋ ਸਕਦਾ ਹੈ, ਕਿਉਂਕਿ ਉਹਨਾਂ ਕੋਲ ਇਹੋ ਜਿਹੇ ਰਿਸੋਰਸਿਸ ਨੇ ਜੀ ਕਿ ਉਹਨਾਂ ਦੇ ਸਾਰੇ, ਦੇਖੋ ਇਮੇਜਿਨ ਕਰੋ ਕਿ ਤਕਰੀਬਨ ਅੱਧੀ ਜਿਹੜੀ ਹੈ ਨਾ ਇਹਦਾ ਜਿਹੜਾ ਪੂਰਾ ਏਰੀਆ ਜਿਹੜਾ ਇਹਨਾਂ ਦੇ 4 ਜਿਹੜੀ ਸਟੇਟ ਨੇ ਉਹਨਾਂ ਚੋਂ ਪੰਜਾਬ ਨੂੰ ਔਰ ਸਿੰਧ ਔਰ ਖੈਬਰ ਪਖਤੂਨਵਾ ਔਰ ਬਲੂਚਿਸਤਾਨ ਸਾਰਾ ਨਾਲੋਂ ਵੱਡਾ 46% 47% ਆਫ ਦੀ ਏਰੀਆ, ਆਬਾਦੀ ਸਿਰਫ 1.5 ਕਰੋੜ ਹੈ। ਉੱਥੇ ਦੇ ਜਿਹੜੇ ਰਿਸੋਰਸਿਸ ਨੇ, ਚਾਹੇ ਉਹ ਕਾਪਰ ਹੋਏ, ਚਾਹੇ 골ਡ ਹੋਏ, ਚਾਹੇ ਨੈਚੁਰਲ ਗੈਸ ਹੋਏ, ਚਾਹੇ ਕੋਲ ਹੋਏ, ਉਹਨਾਂ ਸਾਰਿਆਂ ਦਾ ਫਾਇਦਾ ਇਹਨਾਂ ਨੂੰ ਕਿਉਂ ਨਾ ਮਿਲੇ? ਝਗੜਾ ਕਾਹਦਾ ਹੈ? ਇੱਕ ਜ਼ੁਲਮ ਤੇ ਤਸ਼ੱਦਦ ਇਸ ਲਈ ਕਰਦੇ ਨੇ ਉਹ ਇਹਨਾਂ ਉੱਤੇ, ਬਲੋਚਿਸਤਾਨੀਆਂ ਦੇ ਉੱਤੇ, ਬਿਕਾਜ਼ ਇਹ ਆਪਣਾ ਹੱਕ ਮੰਗਦੇ ਨੇ ਕਿ ਸਾਡੇ ਕੋਲ ਇੰਨੇ ਰਿਸੋਰਸਿਸ, ਸਾਡਾ ਸਭ ਕੁਝ, ਸਾਨੂੰ ਲੁੱਟ ਕੇ ਤੁਸੀਂ ਲੈ ਗਏ ਹੋ ਪੂਰਾ ਦਾ ਪੂਰਾ ਪੰਜਾਬ ਦੇ ਵਿੱਚ ਤੇ ਬਾਕੀ ਸੂਬਿਆਂ ਦੇ ਵਿੱਚ, ਸਾਨੂੰ ਉਹ ਆਪਣਾ ਹੱਕ ਹੀ ਨਹੀਂ ਮਿਲ ਰਿਹਾ। ਇਸ ਕਰਕੇ ਮੈਂ ਸਮਝਦਾ ਵੀ ਇਹ ਜਿਹੜੀ ਜਦੋਜਹਿਦ ਹੈ, ਔਰ ਇਹਨਾਂ ਨੇ ਤੇ ਆਪਣੇ ਆਪ ਨੂੰ ਇੰਡੀਪੈਂਡੈਂਟ ਕੰਟਰੀ ਡਿਕਲੇਅਰ ਕੀਤਾ ਹੋਇਆ, ਇਹ ਮੰਨਦੇ ਨੇ, ਔਰ ਹੌਲੀ ਹੌਲੀ ਦੁਨੀਆ ਦੇ ਦੇਸ਼ ਜਿਹੜੇ ਨਾ ਉਹਨਾਂ ਨੇ ਵੀ ਮੰਨਣਾ ਸ਼ੁਰੂ ਕਰ ਦਿੱਤਾ ਹੈ ਕਿ ਬਈ ਨਾਲ ਉਹ ਦੇਖਦੇ ਨੇ ਵੀ ਪੜੋਸੀ ਦੇਸ਼ ਹਿੰਦੁਸਤਾਨ ਦੇ ਵਿੱਚ ਕਿਹੋ ਜਿਹੇ ਹਾਲਾਤ ਨੇ, ਜੰਮੂ ਕਸ਼ਮੀਰ ਦੇ ਵਿੱਚ ਸਾਡਾ ਕਿਸ ਤਰ੍ਹਾਂ ਉਹ ਡਿਵੈਲਪਮੈਂਟ ਤੇ ਗਰੋਥ ਹੋ ਰਹੀ ਹੈ, ਉੱਥੇ ਜਿਹੜਾ ਜ਼ੁਲਮ ਹੋ ਰਿਹਾ ਉਹਨਾਂ ਨੂੰ ਕੁਝ, ਉੱਥੇ ਮਹਿੰਗਾਈ ਇੰਨੀ ਜ਼ਿਆਦਾ ਹੈ ਬਲੋਚਿਸਤਾਨ ਦੇ ਵਿੱਚ, ਉੱਥੇ ਹਰ ਚੀਜ਼ ਜਿਹੜੀ ਹੈ ਮਿਲਦੀ ਨਹੀਂ, ਮੁਹੱਈਆ ਹੀ ਨਹੀਂ ਹੁੰਦੀ, ਮਿਲਦੀ ਨਹੀਂ ਚੀਜ਼, ਜੇ ਮਿਲਦੀ ਹੈ ਤਾਂ ਬਹੁਤ ਵੱਡੇ ਕੀਮਤ ਦੇ ਉੱਤੇ। ਇਸ ਕਰਕੇ ਉੱਥੋਂ ਦਾ ਆਮ ਆਦਮੀ ਜਿਹੜਾ ਨਾ 1.5 ਕਰੋੜ ਦੀ ਤਕਰੀਬਨ ਆਬਾਦੀ, ਉੱਥੇ ਐਡਾ ਵੱਡਾ ਏਰੀਆ, 3.5 ਲੱਖ ਸਕੁਅਰ ਕਿਲੋਮੀਟਰ ਦਾ ਏਰੀਆ, ਆਬਾਦੀ ਸਾਰੀ 1.5 ਕਰੋੜ, ਉੱਥੇ ਉਹ ਲੋਕ ਜਿਹੜੇ ਇੰਨੇ ਦੁਖੀ ਤੇ ਪਰੇਸ਼ਾਨ ਤੇ ਜਿਹੜੀ ਪਾਕਿਸਤਾਨ ਦੀ ਆਰਮੀ ਹੈ ਉਹਦੇ ਤੇ ਤਸ਼ੱਦਦ ਤੋਂ ਜ਼ੁਲਮ ਤੋਂ ਇੰਨੇ ਦੁਖੀ ਨੇ ਕਿ ਉਹ ਛੇਤੀ ਤੋਂ ਛੇਤੀ ਇੰਡੀਪੈਂਡੈਂਟ ਹੋਣਾ ਚਾਹੁੰਦੇ ਨੇ। ਔਰ ਬਲੋਚਿਸਤਾਨ ਲਿਬਰੇਸ਼ਨ ਆਰਮੀ, ਬਲੋਚਿਸਤਾਨ ਲਿਬਰੇਸ਼ਨ ਫਰੰਟ ਤੇ ਬਾਕੀ ਜਿਹੜੀਆਂ ਆਰਗੇਨਾਈਜੇਸ਼ਨ ਨੇ ਉਹ ਜਦੋਜਹਿਦ ਦਿਨ ਰਾਤ ਕਰ ਰਹੀਆਂ ਨੇ, ਜ਼ੁਲਮ ਜਿਹੜਾ ਪਾਕਿਸਤਾਨ ਦਾ ਬਰਦਾਸ਼ਤ ਕਰ ਰਹੀਆਂ ਨੇ। ਪਰ ਇਹ ਮੇਰਾ ਖਿਆਲ ਹੈ ਬੜੀ ਛੇਤੀ ਸ਼ਾਇਦ ਪਾਕਿਸਤਾਨ ਇੱਕ ਇਹੋ ਜਿਹਾ ਦੇਸ਼ ਹੈ ਕਿ ਜਿਹੜਾ ਟੈਰਰਿਜ਼ਮ ਨੂੰ ਦਿੰਦਾ, ਔਰ ਸਾਰੀ ਦੁਨੀਆ ਨੂੰ ਪਤਾ ਹੈ ਕਿ ਇਹ ਟੈਰਰਿਜ਼ਮ ਕਰਕੇ ਜਾਣਿਆ ਜਾਂਦਾ ਹੈ, ਇੱਕ ਫੇਲਡ ਗੈਰੀਜ਼ਨ ਸਟੇਟ, ਔਰ ਇਹ ਮੈਨੂੰ ਲੱਗਦਾ ਵੀ ਬੜੀ ਛੇਤੀ ਪਾਕਿਸਤਾਨ ਸਿਰਫ ਪੰਜਾਬ ਰਹਿ ਜਾਏਗਾ, ਕਿਉਂਕਿ ਸਿੰਧ ਦੇ ਵਿੱਚ ਵੀ ਪ੍ਰੋਬਲਮ ਹੈ, ਖੈਬਰ ਪਖਤੂਨਵਾ ਵਿੱਚ ਪ੍ਰੋਬਲਮ ਹੈ, ਬਲੋਚਿਸਤਾਨ ਤਾਂ ਹੈ ਹੀ ਹੈ। ਇਸ ਕਰਕੇ ਮੇਰਾ ਖਿਆਲ ਹੈ ਪਾਕਿਸਤਾਨ ਦਾ ਵਜੂਦ ਸਿਰਫ ਪੰਜਾਬ ਤੱਕ ਹੀ ਸੀਮਤ ਰਹਿ ਜਾਏਗਾ ਤੇ ਬਾਕੀ ਜਿਹੜਾ ਪਾਕਿਸਤਾਨ ਜਿਹੜਾ ਖਤਮ ਹੋ ਜਾਏਗਾ ਬੜੀ ਛੇਤੀ। ਇਹ ਚੀਜ਼ਾਂ ਜਿਹੜੀਆਂ ਸਾਡੇ ਸਾਹਮਣੇ ਆਉਣਗੀਆਂ ਔਰ ਮੇਰਾ ਖਿਆਲ ਹੈ ਬਲੋਚਿਸਤਾਨੀਆਂ ਨੂੰ ਮਿਲੇਗਾ ਆਪਣਾ ਇੰਡੀਪੈਂਡੈਂਟ ਦੇਸ਼। ਬਹੁਤ ਮੈਂ ਉਹਨਾਂ ਨੂੰ ਮੁਬਾਰਕ ਦੇਣਾ ਕਿ ਉਹਨਾਂ ਦੀ ਜਿਹੜੀ ਜਦੋਜਹਿਦ ਹੈ ਛੇਤੀ ਤੋਂ ਛੇਤੀ ਉਹ ਸਫਲ ਹੋਣ ਤੇ ਉਹਨਾਂ ਨੂੰ ਮਿਲ ਸਕੇ ਜੋ ਕੁਝ ਚਾਹੁੰਦੇ ਨੇ, ਆਪਣੇ ਹੱਕ ਉਹਨਾਂ ਨੂੰ ਮਿਲ ਸਕਣ। ਠੀਕ ਹੈ, ਸਾਡੇ ਨਾਲ ਅਬਦੁਲ ਜੀ ਵੀ ਜੁੜ ਚੁੱਕੇ ਨੇ, ਪਾਕਿਸਤਾਨ ਤੋਂ ਸੀਨੀਅਰ ਜਰਨਲਿਸਟ ਨੇ, ਅਮਜਦ ਇਕਬਾਲ ਵੀ ਜੁੜੇ ਨੇ, ਉਹ ਵੀ ਪਾਕਿਸਤਾਨ ਦੇ ਹੀ ਜਰਨਲਿਸਟ ਨੇ, ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਅਬਦੁਲ ਜੀ, ਕਿਵੇਂ ਤੁਸੀਂ ਇਹ ਪੂਰੇ ਮਸਲੇ ਨੂੰ ਦੇਖ ਰਹੇ ਹੋ? ਕਿਉਂਕਿ ਪਾਕਿਸਤਾਨ ਦੇ ਵਿੱਚ ਜਿਹੜੀ ਸਿਚੁਏਸ਼ਨ ਹੈ ਉਹ ਪੂਰੇ ਇੰਟਰਨੈਸ਼ਨਲ ਲੈਵਲ ਦੇ ਉੱਪਰ ਚਰਚਾ ਬਣੀ ਹੈ। ਬਲੋਚਿਸਤਾਨ ਦੇ ਵੱਲੋਂ ਆਜ਼ਾਦੀ ਡਿਕਲੇਅਰ ਕਰ ਦਿੱਤੀ ਗਈ ਔਰ ਉਹ ਕਹਿੰਦੇ ਨੇ ਕਿ ਅਸੀਂ ਪਾਕਿਸਤਾਨ ਦੇ ਨਾਲ ਰਹਿਣਾ ਨਹੀਂ। ਇਲਜ਼ਾਮ ਉਹ ਵੀ ਲਗਾਉਂਦੇ ਨੇ ਕਿ ਬਹੁਤ ਤਸ਼ੱਦਦ ਕਰਦੀ ਹੈ ਪਾਕਿਸਤਾਨ ਦੀ ਫੌਜ, ਲੋਕਾਂ ਨੂੰ ਲਾਪਤਾ ਕਰਨ ਦਾ ਮੁੱਦਾ ਹੋਵੇ ਜਾਂ ਫਿਰ ਜੋ ਉੱਥੇ ਖਣਿਜ ਹੈ ਉਹਨਾਂ ਦਾ ਫਾਇਦਾ ਤਾਂ ਉੱਥੋਂ ਦੇ ਲੋਕਲ ਲੋਕਾਂ ਨੂੰ ਮਿਲ ਹੀ ਨਹੀਂ ਰਿਹਾ, ਪਾਕਿਸਤਾਨ ਹੀ ਸਾਰਾ ਫਾਇਦਾ ਲੈ ਰਿਹਾ ਹੈ। ਬਲੋਚਿਸਤਾਨ ਕਿੱਥੇ ਹੈ? ਇਹ ਹੁਣੇ ਮੈਂ ਆਪਣੇ ਮੁਹਤਰਮ ਦੋਸਤ ਜਿਹੜੇ ਨੇ ਇਹਨਾਂ ਦਾ ਨਾਮ ਮੈਂ ਲੇਟ ਜੁਆਇਨ ਕੀਤਾ ਹੈ ਤੇ ਆਪਣਾ ਸਰਦਾਰ ਜੀ ਜਿਹੜੇ ਨੇ ਉਹਨਾਂ ਦੀ ਗੁਫ਼ਤਗੂ ਮੈਂ ਸੁਣ ਰਿਹਾ ਸੀ। ਉਹ ਮੈਨੂੰ ਲੱਗ ਗਿਆ ਇਸ ਤਰ੍ਹਾਂ ਐਸੇ ਕਿ ਸ਼ਾਇਦ ਤੁਸੀਂ ਇੱਕ ਯੂਟੋਪੀਆ ਦੇ ਵਿੱਚ ਰਹਿੰਦੇ ਹੋ, ਇੱਕ ਐਸਾ ਯੂਟੋਪੀਆ ਜਿਹੜਾ ਕਿ ਆਪੇ ਹੀ ਬਣਾਇਆ ਹੈ, ਆਪੇ ਹੀ ਉਹ ਮਹਿਲ ਬਣਾ ਕੇ ਤੇ ਉਹਦੇ ਵਿੱਚ ਹੀ ਸੌਣ ਡਏ ਹੋ ਤੇ ਆਪਣੀ ਮਰਜ਼ੀ ਨਾਲ ਜਿਹੜਾ ਕਿ ਨਹੀਂ ਜੋ ਚਾਹ ਰਹੇ ਹੋ ਕਹੀ ਜਾ ਰਹੇ ਹੋ। ਬਿਲਕੁਲ ਤਾਰੀਖੀ ਹਵਾਲੇ ਹੈਗੇ ਨੇ। ਬਲੋਚਿਸਤਾਨ ਇਸ ਪੂਰੇ ਖਿੱਤੇ ਦੀ ਹੈਗੀ ਹੈ, ਠੀਕ ਹੈ ਜੀ। ਤੇ ਬਲੋਚਿਸਤਾਨ ਖਾਨ ਆਫ ਕਲਾਤ ਦੀ ਜਿਹੜੀ ਗੱਲ ਹੈ ਔਰ ਉੱਥੇ ਲੋਹੇ ਜਰਗਾ ਹੋਇਆ, ਉਹਨੇ ਕੰਸੈਂਟ ਦਿੱਤੀ, ਪਾਕਿਸਤਾਨ ਸ਼ਾਮਿਲ ਹੋਇਆ ਔਰ ਉਸ ਤੋਂ ਬਾਅਦ ਜਿਹੜਾ ਕਿ 72-3 ਦੇ ਵਿੱਚ ਜਿਹੜਾ ਕਿ ਪ੍ਰੋਵਿੰਸ ਡਿਕਲੇਅਰ ਹੋ ਗਿਆ ਪਾਕਿਸਤਾਨ ਦਾ ਬਲੋਚਿਸਤਾਨ। ਹੁਣ ਬਲੋਚਿਸਤਾਨ ਦੇ ਵਿੱਚ ਬਿਲਕੁਲ ਇਹ ਗੱਲ ਠੀਕ ਹੈ ਕਿ ਮਸਾਇਲ ਹੈ ਨੇ ਔਰ ਮਸਾਇਲ ਦੀ ਵਜ੍ਹਾ ਜਿਹੜੀ ਹੈ ਉਹ ਨਹੀਂ ਹੈਗੀ ਜਿਹੜੀ ਕਿ ਆਪਣੇ ਸਰਦਾਰ ਜੀ ਭਰਾ ਦੱਸ ਰਹੇ ਹੈ। ਉਹ ਮਸਾਇਲ ਪੂਰੇ ਪਾਕਿਸਤਾਨ 'ਚ ਨੇ, ਉਹ ਉਸੇ ਤਰ੍ਹਾਂ ਨੇ ਜਿਵੇਂ ਇੰਡੀਆ 'ਚ ਨੇ, ਯੂਪੀ ਦੇ ਵਿੱਚ ਨੇ, ਦਿੱਲੀ ਦੇ ਵਿੱਚ ਨੇ, ਮਤਲਬ ਮੁੰਬਈ ਦੇ ਵਿੱਚ ਨੇ, ਜਾਂ ਕਿਸੇ ਹੋਰ ਵੀ ਥਾਂ ਜਿਹੜੀ ਕਿ ਨਹੀਂ ਇੰਡੀਆ ਦੀ ਉਹਨੂੰ ਲਾ ਲਓ
कि जी हाँ पावर्टी है उथे पानी नहीं मिल रहा, ये नहीं है, वो नहीं है, वसाइल का मसला है, नागालैंड दी ला लो तुसी, ठीक है, खालिस्तान मसाइल ला लो। ਹੁਣ ਸਰਦਾਰ ਜੀ ਜਿਹੜੀ ਗੱਲ ਕਰਦੇ ਪਏ ਨੇ ਕਿ ਜਨਾਬ ਪਤਾ ਨਹੀਂ ਕਿ ਸ਼ਾਇਦ ਪਾਕਿਸਤਾਨ ਤੋਂ ਅਲੱਗਾ ਹੋ ਗਿਆ ਜਨਾਬ, ਇਹ ਜਿਨ੍ਹਾਂ ਦੀ ਨਾਂ ਲੈ ਸਨ ਇਹਨਾਂ ਨੇ ਬਰਗੇਡੀਅਰ ਦੇ ਔਰ ਉਹ ਪ੍ਰੋਸਕ੍ਰਾਈਬਡ ਆਰਗੇਨਾਈਜੇਸ਼ਨ ਨੇ, ਟੈਰਰਿਸਟ ਆਰਗੇਨਾਈਜੇਸ਼ਨ ਨੇ ਜਿਹਦੇ 'ਚ ਫਿਤਨਾਤੁਲ ਹਿੰਦੁਸਤਾਨ ਤੇ ਫਿਤਨਾਤੁਲ ਖਵਾਰਿਜ ਸ਼ਾਮਿਲ ਹੈ। ਅੱਛਾ, ਹੁਣ ਇੰਡੀਆ ਦੇ ਤੇ ਸਾਡੇ ਕੋਲ ਕੁਲਭੂਸ਼ਣ ਦੀ ਸੂਰਤ ਦੇ ਵਿੱਚ ਸਬੂਤ ਮੌਜੂਦ ਨੇ ਕਿ ਉਹ ਇਨਫਿਲਟ੍ਰੇਸ਼ਨ ਕਿਵੇਂ ਕਰਨ ਰਹੇ ਨੇ। ਇਹ ਟੈਰਰਿਜ਼ਮ ਸਪਾਂਸਰਡ ਸਟੇਟ ਹੈਗੀ ਹੈ ਇੰਡੀਆ, ਜਿਹਦਾ ਨਾਂ ਹੈ ਉਹਦਾ ਜਿੰਨਾ ਜਾਗਦਾ ਸਬੂਤ ਕੁਲਭੂਸ਼ਣ ਜਾਦਵ ਜਿਹੜਾ ਕਿ ਨਹੀਂ ਉਹ ਸਾਡੇ ਕੋਲ ਮੌਜੂਦ ਹੈ ਕਿ ਕਿਸ ਤਰ੍ਹਾਂ ਇੱਕ ਇੰਡੀਅਨ ਫੌਜ ਦੇ ਰਿਟਾਇਰਡ ਜਾਂ ਸਰਵਿੰਗ, ਪਹਿਲੇ ਤਾਂ ਤੁਸੀਂ ਮੰਨਿਆ ਹੀ ਨਹੀਂ ਉਹਨੂੰ ਕਿ ਮੇਰਾ ਨਾਗਰਿਕ ਹੈਗਾ, ਫਿਰ ਮੁੜ ਕੇ ਜਦੋਂ ਸਬੂਤ ਦਿੱਤੇ ਤਾਂ ਪਤਾ ਲੱਗਾ ਕਿ ਹਾਂ ਜੀ ਤੁਸੀਂ ਇਹ ਜਿਹੜੇ ਤੁਸੀਂ ਫੈਕਟ ਰੱਖ ਰਹੇ ਹੋ, ਦੇਖੋ ਇਹ ਬਲੋਚ ਐਕਟਿਵਿਸਟ ਸਾਡੇ ਨਾਲ ਨੇ ਮਹਿਰਾਬ ਠੀਕ ਹੈ, ਉਹ ਬਲੋਚ ਐਕਟਿਵਿਸਟ ਦੀ ਬਾਤ ਤੁਸੀਂ ਕਿਸੇ ਦੀ ਗੱਲ ਤਾਂ ਖੜਾ ਕਰ ਲਓ। ਚਲੋ ਮੈਂ ਦਾਵਤ ਦਿੰਦਾ, ਮੈਂ ਤੁਹਾਨੂੰ ਉਹ ਐਕਸਪਲੇਨ ਕਰ ਲਓ, ਤੁਹਾਨੂੰ ਸਾਰਿਆਂ ਨੂੰ ਦਾਵਤ ਦਿੰਦਾ ਕਿ ਤੁਸੀਂ ਪਾਕਿਸਤਾਨ ਜਾਓ, ਮੈਂ ਤੁਹਾਨੂੰ ਲੈ ਕੇ ਚਲੋ ਕਿਤੇ ਮੌਕਾ ਮਿਲਿਆ ਤੇ ਜ਼ਰੂਰ, ਕਿਤੇ ਮੌਕਾ ਮਿਲਿਆ ਤਾਂ ਜ਼ਰੂਰ ਆਵਾਂਗੇ। ਅਬਦੁਲ ਜੀ ਪਹਿਲਾਂ ਤੁਸੀਂ ਉਹਨਾਂ ਦੀ ਗੱਲ ਸੁਣ ਲਓ। ਗੱਲ ਤੇ ਸੁਣ ਲਵੋ, ਹੁਣ ਤੁਹਾਡੀ ਪੂਛਲ ਤੇ ਪੈਰ ਆਇਆ ਤਾਂ ਤੁਸੀਂ ਚੀਕਣਾ ਸ਼ੁਰੂ ਕਰ ਦਿੱਤਾ, ਗੱਲ ਤੇ ਸੁਣ ਲਵੋ ਪਹਿਲੇ। ਚੀਕਣਾ ਸਰ ਕਿੱਥੇ ਸ਼ੁਰੂ ਕਰਤਾ ਤੁਸੀਂ, ਹੁਣ ਉਹਨਾਂ ਦੀ ਗੱਲ ਸੁਣੋ ਨਾ, ਤੁਸੀਂ ਗੱਲ ਹੁਣ ਤੁਸੀਂ ਗੱਲ ਤੁਸੀਂ ਸੁਣੋ ਨਾ, ਤੁਸੀਂ ਤਾਂ ਗੱਲ ਨਹੀਂ ਸੁਣ ਰਹੇ, ਤੁਸੀਂ ਗੱਲ ਨਹੀਂ ਸੁਣ ਰਹੇ, ਤੁਸੀਂ ਆਪਣੀ ਪੁਆਇੰਟ ਰੱਖਿਆ, ਹੁਣ ਉਹੀ ਜਵਾਬ ਦੇਣਗੇ ਨਾ, ਉਹੀ ਜਵਾਬ ਦੇਣਗੇ ਨਾ ਸਰ। ਦੇਖੋ ਮੈਂ ਬਾਕੀ ਮਹਿਮਾਨਾਂ ਤੋਂ ਵੀ ਜਾਣਾ, ਤੁਸੀਂ ਸੁਣ ਲੈਣਾ, ਉਹਨਾਂ ਦੀ ਗੱਲ ਸੁਣ ਲਓ। ਅਗਰ ਜੇ ਤੁਹਾਨੂੰ ਲੱਗਦਾ ਕਿ ਅਸੀਂ ਆਪਣੇ ਕੋਲੋਂ ਚੜਾ ਕੇ ਗੱਲਾਂ ਕਰਦੇ ਹਾਂ, ਅਸੀਂ ਆਪਣੇ ਕੋਲੋਂ ਸਾਰਾ ਕੁਝ ਕਹਿ ਰਹੇ ਹਾਂ, ਤਾਂ ਤੁਸੀਂ ਸੁਣ ਲਓ ਨਾ, ਮਹਿਰਾਬ ਜੀ ਨੂੰ ਵੀ ਸੁਣ ਲਓ। ਹੁਣ ਤੁਸੀਂ ਕੱਲ ਤੇ ਸੁਣ ਲਓ ਨਾ, ਬੰਦੇ ਮਾਤਰਮ ਤੁਸੀਂ ਕੌਮੀ ਤਰਾਨੇ ਤੋਂ ਪਹਿਲੇ ਪੜਨ ਵਾਲੀ ਕੌਮ ਹੋ, ਮਤਲਬ ਹੈ ਕਿ ਬੀਜੇਪੀ ਜਿਹੜੀ ਹੈ ਉਹਦਾ ਕਿਹਨੂੰ ਨਹੀਂ ਪਤਾ, ਆਰਐਸਐਸ ਤਾਂ ਫਿਰ ਪਾਕਿਸਤਾਨੀ ਫੌਜ ਦਾ ਸਰ ਕਿਹਨੂੰ ਨਹੀਂ ਪਤਾ, ਉੱਥੇ ਕੀ ਕੁਝ ਹੁੰਦਾ ਉਹ ਫਿਰ ਕਿਹਨੂੰ ਨਹੀਂ ਪਤਾ। ਤੁਸੀਂ ਮੁੱਦੇ ਤੇ ਆਉਂਦੇ ਆ ਨਾ ਸਰ, ਮੁੱਦੇ ਤੇ ਆਉਂਦੇ ਆ, ਹੁਣ ਤੁਸੀਂ ਉਹਨਾਂ ਦੀ ਸੁਣ ਲਓ, ਉਹਨਾਂ ਦੀ ਸੁਣ ਲਓ ਨਾ। ਮਹਿਰਾਬ ਜੀ ਤੁਸੀਂ ਆਪਣਾ ਪੁਆਇੰਟ ਰੱਖੋ, ਚਲੋ ਠੀਕ ਹੈ। ਸਾਰੇ ਇਲਾਕੇ ਨੇ ਸਾਡੇ ਜਿਹੜੇ ਕਿ ਨਹੀਂ, ਜਿੱਥੇ ਮੈਂ ਹੋ ਕੇ ਆਇਆ, ਮੈਂ ਤੁਹਾਨੂੰ ਆਪਣੀਆਂ ਤਸਵੀਰਾਂ ਦੇਖਦਾ, ਮੈਂ ਤੇ ਤੁਹਾਨੂੰ ਦਾਵਤ ਦੇਣ ਡਿਆ ਕਿ ਆਓ ਮੈਂ ਤੁਹਾਨੂੰ ਚਲੋ ਠੀਕ ਹੈ, ਮੈਂ ਤੇ ਕਹਿ ਹੀ ਦਿੱਤਾ, ਮੈਂ ਤਾਂ ਸਰ ਕਹਿ ਹੀ ਦਿੱਤਾ ਕਿ ਮੌਕਾ ਮਿਲੇਗਾ ਤਾਂ ਆਵਾਂਗੇ ਅਸੀਂ, ਪਰ ਹੁਣ ਉਹਨਾਂ ਦੀ ਗੱਲ ਸੁਣ ਲਓ, ਗੱਲ ਸੁਣ ਲਓ। ਸਮਾਂ ਸਰ ਉਹਨਾਂ ਕੀ ਹੁੰਦਾ ਹੈ, ਪਲੀਜ਼ ਮੇਰੀ ਰਿਕੁਐਸਟ ਹੈ ਅਬਦੁਲ ਜੀ, ਮੇਰੀ ਰਿਕੁਐਸਟ ਹੈ, ਸਮਾਂ ਥੋੜਾ ਉਹਨਾਂ ਕੀ ਹੁੰਦਾ। ਮੈਂ ਦੋ ਮਹਿਮਾਨ ਹੋਰ ਇੰਤਜ਼ਾਰ ਕਰ ਰਹੀ, ਮੈਂ ਉਹਨਾਂ ਕੋਲ ਵੀ ਜਾਣਾ। ਤੁਸੀਂ ਮਹਿਰਾਬ ਜੀ ਦੀ ਗੱਲ ਸੁਣੋ, ਗੱਲ ਕਹਿ ਰਹੇ ਨਾ ਕਿ ਤੁਸੀਂ ਮੈਨੂੰ ਗੱਲ ਕਰਨ ਦਿਓਗੇ ਤੇ ਫਿਰ ਨਾ ਮੈਂ ਤੁਸੀਂ ਆਪਣੀ ਗੱਲ ਰੱਖੀ ਨੇ, ਸੁਣੋ ਤੁਸੀਂ ਆਪਣੀ ਗੱਲ ਰੱਖ ਲਈ ਸਰ, ਤੁਸੀਂ ਆਪਣੀ ਗੱਲ ਰੱਖ ਲਈ, ਹੁਣ ਉਹਨਾਂ ਨੇ ਜਵਾਬ ਤਾਂ ਗੱਲ ਮੈਂ ਤੁਹਾਨੂੰ ਬੁਲਾਣਾ ਆ ਮੇਰੇ ਨਾਲ ਪਾਕਿਸਤਾਨ ਔਰ ਮੈਂ ਲੈ ਕੇ ਚੱਲਣਾ ਤੁਹਾਨੂੰ ਬਲੋਚਿਸਤਾਨ। ਅਰੇ ਸਰ ਤੁਸੀਂ ਤਾਂ ਤੁਸੀਂ ਤਾਂ ਇੱਕੋ ਹੀ ਗੱਲ ਤੇ ਹੁਣ ਅੜ ਗਏ ਕਿ ਆਜੋ ਆਜੋ, ਜਦੋਂ ਕਿਤੇ ਮੌਕਾ ਮਿਲਿਆ ਤੇ ਆ ਵੀ ਜਾਵਾਂਗੇ। ਪਹਿਲਾਂ ਤੁਸੀਂ ਆਪਾਂ ਮਹਿਰਾਬ ਜੀ ਦੀ ਗੱਲ ਸੁਣੋ। ਮਹਿਰਾਬ ਜੀ ਮੋਸਟ ਵੈਲਕਮ जी। 2 पॉइंट मैं रखूंगा, 2 पॉइंट। कुलभूषण जाधव को आपने चाबहार से किडनैप करके लाया, इसमें इन्वेस्टिगेट मुकम्मल हो चुका है, जो लोग उसको किडनैप कर चुके हैं वो मौजूद है। ये जो कुलभूषण जाधव बलूचिस्तान में पकड़ा गया है इस बेसलेस। दूसरा, आपने ये पोर्ट किया कि खान अफकलात ने वो ज्वाइन किया पाकिस्तान को, कलात। हाँ जी हाँ जी। फिर भी वो आपने नेवी भेजा, जीवनी सोमयानी पोर्ट को आपने इन्वेड किया भाई, वो है मेरे पास। खान कलात का मैं एडवाइजर हूँ भैया, खान कलात का, सलेमान दाऊद का मैं एडवाइजर हूँ, सारे डॉक्यूमेंट मेरे पास हैं। पीकॉक कंपनी का जो आपने सुना भी नहीं है, जो खान कलात 1953 में वो यहाँ आके एडवाइस लिया, वो भी ओपिनियन मेरे पास है, वो न्यूयॉर्क का भी मेरे पास है। आप ऐसे ही जो यहाँ बैठ के कहते हैं कि खान अफकलात ने वो किया, ज्वाइन किया, आप क्यों प्रिंसली एस्टेट खारान को किसने प्रिंसली एस्टेट डिक्लेयर किया? मोहम्मद अली जिन्ना ने। लास्टिला को किसने प्रिंसली एस्टेट डिक्लेयर किया था? हालांकि 1937 में ब्रिटिश क्राउन ने रिजेक्ट किया था। चलो ठीक है, आज जो है ठीक है, मैं दोबारा होनी है सर। आपको समझता नहीं है, आप बात करके अपनी साबित क्या करना चाहते हैं? झूठ बोल के आप हकीकत को छुपा कर सकते हैं। बलूचिस्तान 11 ऑफ अगस्त को इंडिपेंडेंट हुआ, थ्रू हाउसेस ऑफ बलूचिस्तान। चलो ठीक है सर, मेरी रिक्वेस्ट है, मैं दोबारा ਤੁਹਾਡੇ ਕੋਲ ਆਉਣੀ ਹੈ, मैं बाकी मेहमानां दे कोल भी जाना है।
बाद उनके साथ जो उनकी तबीयत साफ हुई है वो भी सबको पता है। चलो ठीक है सर, हुण मेहराब जी बोल रहे कोई सी वो सा इंडिपेंडेंस की तहरीक वहां पे मौजूद नहीं है, सिर्फ एक बार आप जो मर्जी कहते रहे फिरते रहे। मैं तो ये जो साहब हैं ये मुझे नहीं पता कि ये कौन साहब हैं जो बाहर दी गल नहीं claim सर, कर रहे हैं सारे कि वो देखो इस मुद्दे ते advisor हैं। पूरी चर्चा हो रही ना इस मुद्दे ते, ਤਾਂ है नहीं है कि हर कोई अपने कोलों गल कर रहा, वीडियोज आ रही ने, स्टेटमेंट्स आ रही ने, सारियां चीजां ते आ रही ने, सोशल मीडिया ते सब कुछ तो है। मीर यार बलोच ने अपने सारे एक्स हैंडल दे ऊपर सारियां चीजां पाईयां ते है, फैक्ट दे नाल तां गल हो रही है। खैर चलो मैं तुहाडे कोल दोबारा आउणी है। ਉੱਥੇ ਲੜਾਈ ਚੱਲਣ ਦੀ ਹੈ। हाँ। मैं तो नहीं कह रही तो पर वो तो यही कहते ना कि पाकिस्तान की फौज जुल्म कर रही है, तशद्दुद कर रही है। 1948 की गल है, 1958 1959 सर उन्होंने का विरोध हो रहा ना, फिर प्रिंस करीम खान दे समय दे विरोध हो रहा 58 तो चलदा आ रहा, 48 ਦੀ ਆਪਾਂ ਗੱਲ ਕਰ ਲਈ। ਚਲੋ मैं ਆਉਣੀ ਦੁਬਾਰਾ ब्रिगेड ਜਿਹੜਾ ਇਹ ਮੈਂ ਤਾਂ ਨਹੀਂ यूएन ਨੇ ਟੈਰਰਿਸਟ ਆਰਗੇਨਾਈਜੇਸ਼ਨ ਪ੍ਰੋਸਕ੍ਰਾਈਬ। चलो ठीक है, मैं आउਣੀ है सर अमजद साडे दहशतगर्द तंजीमां ने, इकबाल जी दहशतगर्द तंजीमां ने। चलो ठीक है मैं आउਣੀ ना सर, मैं ਤੁਹਾਡੇ ਕੋਲ ਦੁਬਾਰਾ ਆਵਾਂਗੀ। फिर वो दूसरी तीसरी जगह इकबाल जी जी मतलब हुन तुसी अगर सर खुशी ना लमके ने तो लमके रहन के भी पाकिस्तान तो आजादी हो गई और ये हो गया और ਉਹ ਸਰ ਦੇਖੋ ਉਹ ਤਾਂ ਸਾਰਾ ਉਹਨਾਂ ਨੇ ਪਾਇਆ ਹੀ ਆ, ਉਹ ਤਾਂ ਖੁਦ ਕਹਿੰਦੇ ਕਿ ਸਾਨੂੰ ਆਜ਼ਾਦੀ ਚਾਹੀਦੀ ਹੈ। ਉਹ ਖੁਦ ਕਹਿ ਰਹੇ ਨੇ ਸਰ, ਉਹ ਤਾਂ ਖੁਦ ਕਹਿ ਰਹੇ ਨੇ ਪਾਕਿਸਤਾਨੀ ਫੌਜ ਦੇ ਉੱਪਰ ਇਲਜ਼ਾਮ ਲੱਗਦੇ ਨੇ, ਸਰਕਾਰ ਦੇ ਉੱਪਰ ਇਲਜ਼ਾਮ ਲੱਗਦੇ ਨੇ। ਇੱਥੋਂ ਤੱਕ ਉਹ ਕਹਿੰਦੇ ਨੇ ਕਿ ਸਾਡੇ ਕੋਲ ਜੋ ਖਨੀਜ ਪਦਾਰਥ ਨੇ ਉਹਦਾ ਉਹਨਾਂ ਨੂੰ ਫਾਇਦਾ ਨਹੀਂ ਮਿਲਦਾ। ਇਕਬਾਲ ਜੀ ਤੁਸੀਂ ਆਪਣਾ ਪੁਆਇੰਟ ਰੱਖੋ। ਅਬਦੁਲ ਜੀ ਮੈਂ ਆਉਣੀ ਆ ਤੁਹਾਡੇ ਕੋਲ। ਇਕਬਾਲ ਜੀ ਮਾਰਕਸ ਦੇ ਉੱਤੇ ਉਹ ਡਾਕਟਰ ਕਹਿੰਦੇ ਨੇ ਤੁਸੀਂ ਪਤਾ ਨਹੀਂ ਕੀ ਗੱਲਾਂ ਕਰਨ ਰਹੇ ਹੋ, ਪਤਾ ਨਹੀਂ ਕਿਹੜੀ ਦੁਨੀਆ ਪਤਾ ਨਹੀਂ ਤੁਸੀਂ, ਮੈਨੂੰ ਨਹੀਂ ਸਮਝ ਆ ਰਹੀ ਅਬਦੁਲ ਜੀ, ਤੁਸੀਂ ਪਤਾ ਨਹੀਂ ਕਿਹੜੀਆਂ ਗੱਲਾਂ ਤੁਸੀਂ ਕਿਹੜੀਆਂ ਕਰ ਰਹੇ ਹੋ। ਚਲੋ ਠੀਕ ਹੈ ਇਕਬਾਲ ਜੀ, ਮੇਰੇ ਕੋਲ ਸਮਾਂ ਥੋੜਾ ਜਿਹਾ ਘੱਟ ਹੈ, ਪਲੀਜ਼ ਤੁਸੀਂ ਆਪਣਾ ਪੁਆਇੰਟ ਰੱਖੋ ਕਿ ਦੇਖੋ ਕਿਉਂਕਿ ਦੇਖੋ ਪਾਕਿਸਤਾਨ ਦੇ ਤੁਸੀਂ ਬੈਠੇ ਹੋ, ਉਥੋਂ ਆਪਣੀ ਕੰਟਰੀ ਨੂੰ ਤਾਂ ਤੁਸੀਂ ਡਿਫੈਂਡ ਕਰੋਗੇ ਹੀ, ਸਿੱਧੀ ਜੀ ਗੱਲ ਆ ਅਬਦੁਲ ਜੀ। ਚਲੋ ਇਕਬਾਲ जी जी मैं चूंकि पीओके से बिलोंग करता हूँ, ठीक है तो ये है कि यहाँ जो आपके ये जो बंदे बैठे हुए हैं सारे महज़्ज़ लोग हैं, लेकिन बेहतर ये है कि हर बंदा अपनी बारी पे बात करे, तो ये बेहतर है सबके लिए ना। तो मैं ये है कि 2-3 पॉइंट ये आपको जो है ना वो रेज कर रहा हूँ कि पाकिस्तान और इंडिया का जो मसला है, इंडिया जो है ना तकरीबन 78 साल से यही ख्वाब देख रहा है कि पाकिस्तान आज 3 हिस्सों में तकसीम हो गया है, 4 हिस्सों में तकसीम हो गया है, और ये है कि कभी वो बलूचिस्तान के अंदर वो बात करते हैं कि जी बलूचिस्तान अलग हो जाएगा, कराची अलग हो जाएगा, पंजाब अकेला रह जाएगा। देखें इस तरह की बात नहीं है। इस वक्त जो पाकिस्तान की सिचुएशन है, इस वक्त पाकिस्तान जो है एक पूरी दुनिया के अंदर जो है ना पूरी दुनिया की तवज्जो का मरकज है। हालिया ईरान और अमेरिका की जो वार है उसके अंदर पाकिस्तान का एक कलीदी किरदार है। आप ये है कि अमेरिका के अंदर पूरी इंटरनेशनली जो कम्युनिटी है उसकी स्टेटमेंट देख लें। दूसरा ये है कि मैं एक पॉइंट क्लियर करना चाहता हूं कि इंसानी हुकूक की पामाली जो है ना वो इंडिया भी कर रहा है और पाकिस्तान भी कर रहा है, और इंडिया में पाकिस्तान की निस्बत ये ज्यादा हो रहा है। तो ये है कि इस वक्त है पाकिस्तान की जो आर्मी है, ये जो बलूचिस्तान के अंदर बात कर रहे हैं, ये इंडिया की सारी टेररिस्ट ऑर्गेनाइजेशन इंडिया के अंदर बैठी हुई है, और ये है कि वो हमारे बलोचों को वर्गला रही हैं। जो इस वक्त आप देखें ना बलूचिस्तान के अंदर तो एक बलोच वो सीएम बैठा हुआ है इनका, लेकिन ये है कि ये फिर ये है कि किस आज़ादी की बात वहां, जब ये है कि ये जिस तरह BLA है इनको ये है कि ये असला जदीद तरीक कौन दे रहा है, ये इंडिया ही दे रहा है। तो ये है कि हम मैं चूंकि ये है कि कहना चाहता हूँ ਤੁਹਾਡੀ ਆਰਮੀ ਤੇ ਸਵਾਲ ਉੱਠਦੇ ਨੇ, ਤੁਹਾਡੀ ਗਵਰਨੈਂਸ ਤੇ ਸਵਾਲ ਉੱਠਦੇ ਨੇ, ਤੁਸੀਂ ਹੁਣ ਉਲਟਾ ਜੀ ਬਲੋਚਿਸਤਾਨ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਾਰਾ ਕੁਝ ਇੰਡੀਆ ਹੀ ਕਰਵਾ ਰਿਹਾ। ਨਿਤੇਸ਼ ਜੀ ਦਿਓ ਜਵਾਬ ਜਰਾ। जी इस मैं उसी पे आता हूं ना। देखिए ये है कि ये धन्यवाद करता हूं सारिਆਂ ਦਾ कि ये तो ऑन रिकॉर्ड है ना। इकबाल जी थोड़ा इंतजार कर लो कि बलूचिस्तान के अंदर जो जितने भी जो जनाब जो चलो ठीक है ना इकबाल जी, उन्होंने तो जवाब ला लो, ਤੁਸੀਂ ਇੰਡੀਆ ਨੂੰ ਬਲੇਮ ਕਰ ਰਹੇ ਹੋ। ठीक है सर, लेफ्टिनेंट कमांडर ਸਾਡੇ ਨਾਲ ਨੇ ਨਿਤੇਸ਼ ਜੀ 10 दिन ਦੇ ਨੇ ਹੋ। मेरी बात सुन ले। अभी जो आजाद कश्मीर के अंदर जो अवामी एक्शन कमेटी के जो मामलात हैं वहां भी ये है कि ये इंटरनल मामला है पाकिस्तान का और आजाद कश्मीर का जो मैं उसी पे यहाँ पे डिस्कशन की सर वहाँ पे लोगों को तो ऐसे मारा जा रहा था। ऐसे तो आपकी आर्मी इस्लामाबाद से क्या बोले इंटरनल मसला था, वो पाकिस्तान के खिलाफ ही बोल रहे थे, पाकिस्तान से उनको आजादी चाहिए थी, और आप बोल रहे हैं कि वो इंटरनल मसला था, इंटरनेशनल लेवल पे वो चर्चा हो रही है। खैर चलिए किसी पे मेरी बात सुने ना। लेट मी कंप्लीट के ये जो है ना किसी ने एक्शन कमेटी, चूंकि वो सारे हमारे एक्शन
हाँ। एक्शन कमेटी के लोग सारे हमारे लोग हैं। मैं ये कहता हूँ कि एक्शन सर कमेटी से उनकी स्टेटमेंट्स कोई मैंने भी सुनी थी इसको ऑन सर, नहीं एक्शन करा, कमेटी की उनको स्टेटमेंट्स मैंने सुनी थी उनको सर, आजादी सर सुनी थी। वो अमान जी क्या नहीं, कुछ कह रहे थे वो सबने आपने देखा, देखें, उनकी स्टेटमेंट सबने दी। मेरी एक बात सुने ना आप, ये है कि चीजों को एक्शन कमेटी के जो अंकल जी, कोर मेंबर अरे चलो ठीक है सर, वो जो मेरे को स्टेटमेंट समा देते हैं घट है, वहां से काफी समय का इंतजार कर रही है। नितेश जी ਤੁਸੀਂ ਉਹ ਇੰਡੀਆ ਵਾਲੇ ਬਲੇਮ ਤੇ ਜਵਾਬ जी ਦਿਓ। जी अमजद जी मैं आपकी बात का जवाब दे देता हूँ। ਜਿਹੜੇ ਤੁਸੀਂ ਗੱਲ ਕੀਤੀ ਹੈ ਸੋਵਰੇਨਿਟੀ ਦੀ ਔਰ ਇੰਟਰਨਲ ਮਾਮਲਾ, ਉਹ ਕਿੰਨੇ ਪਾਣੀ ਦੇ ਵਿੱਚ ਪਾਕਿਸਤਾਨ ਦੀ ਹਕੂਮਤ ਨੇ ਇਹ ਗੱਲ ਸਿੱਧ ਕੀਤੀ ਹੈ ਮਾਜ਼ੀ ਦੇ ਵਿੱਚ, ਉਹ ਮੈਂ ਜ਼ਰੂਰ ਦੱਸਣਾ ਚਾਹੂੰਗਾ ਕਿ ਹਾਲ ਹੀ ਤੁਹਾਡੇ ਹੀ ਇੱਕ ਰਿਟਾਇਰਡ ਜਨਰਲ ਜਿਨ੍ਹਾਂ ਨੇ ਕਾਰਗਿਲ ਦਾ ਆਰਕੈਸਟ੍ਰੇਟ ਕੀਤਾ ਸੀਗਾ ਸਾਰਾ ਅਟੈਕ, 4 ਜਨਰਲਾਂ ਨੇ ਰਲ ਕੇ, ਦ ਗੈਂਗ ਆਫ 4, ਉਹਨਾਂ ਦੇ ਵਿੱਚੋਂ ਇੱਕ ਜਰਨੈਲ ਨੇ ਆਪਣੀ ਕਿਤਾਬ ਦੇ ਵਿੱਚ ਆਪ ਲਿਖਿਆ ਹੈ ਕਿ ਜਦੋਂ ਮੁਸ਼ਰਫ ਨੇ ਆਪਣੀ ਜਿਹੜੀ ਡਿਊਰੈਂਟ ਲਾਈਨ ਹੈ ਅਫਗਾਨਿਸਤਾਨ ਤੇ ਪਾਕਿਸਤਾਨ ਦੀ ਬਾਰਡਰ ਹੈ, ਜਿੱਥੋਂ ਬਲੋਚਿਸਤਾਨ ਦਾ ਮੈਕਸਿਮਮ ਏਰੀਆ ਨਾਲ ਲੱਗਦਾ ਹੈ, ਉਹ ਵੇਚ ਦਿੱਤਾ ਸੀਗਾ ਆਪਣੇ ਜ਼ਮੀਰ ਦੇ ਨਾਲ ਅਮਰੀਕਾ ਨੂੰ, ਤਾਂ 12 ਕੋਰ ਕਮਾਂਡਰ ਜਿਹੜੇ ਬਲੋਚਿਸਤਾਨ ਦੇ ਉੱਤੇ ਨਜ਼ਰ ਰੱਖਦੇ ਆ, ਉਹਨਾਂ ਦੀ ਮਰਜ਼ੀ ਤੋਂ ਬਿਨਾ, ਬਲੋਚੀ ਲੋਕਾਂ ਦੀ ਮਰਜ਼ੀ ਤੋਂ ਬਿਨਾ, ਬਲੋਚ ਦੀ ਆਵਾਮ ਤੇ ਹਕੂਮਤ ਦੀ ਮਰਜ਼ੀ ਤੋਂ ਬਿਨਾ ਸਾਰੇ ਐਮਫੀਬੀਅਸ ਸ਼ਿਪਸ ਉੱਥੇ ਲੈਂਡ ਕਰਵਾ ਕੇ ਅਮਰੀਕਾ ਦੀ ਫੌਜ ਨੂੰ ਬਲੋਚਿਸਤਾਨ ਦੇ ਵਿੱਚ ਐਂਟਰੀ ਦਿੱਤੀ ਸੀਗੀ। ਤਾਂ ਕਿਹੜੀ ਅਸੀਂ ਗੱਲ ਕਰਦੇ ਹਾਂ ਕਿ ਬਲੋਚੀ ਲੋਕਾਂ ਦਾ ਇੰਟਰਨਲ ਮਾਮਲਾ ਹੈ। ਤੁਸੀਂ ਤਾਂ ਆਪਣੀ ਜ਼ਮੀਨ ਆਮ ਤੌਰ ਤੇ ਵੇਚਦੇ ਰਹੇ ਹੋ ਲੋਕਾਂ ਨੂੰ। ਅੱਜ ਵੀ ਗਵਾਦਰ ਦੇ ਵਿੱਚ ਜਿਹੜਾ ਪੋਰਟ ਬਣ ਰਿਹਾ ਹੈ, ਜਿਹਨੂੰ ਤੁਸੀਂ ਬਹੁਤ ਵੱਡਾ ਪ੍ਰੋਜੈਕਟ ਕਰ ਰਹੇ ਹੋ, ਮੈਨੂੰ ਦੱਸੋ ਉੱਥੇ ਚੀਨੀਆਂ ਤੋਂ ਇਲਾਵਾ ਪਾਕਿਸਤਾਨ ਦੇ ਆਪਣੇ ਲੋਕਾਂ ਦੀ ਐਂਟਰੀ ਅਲਾਉਡ ਹੈ ਜਾਂ ਨਹੀਂ? ਨਹੀਂ ਹੈ, ਮੈਂ ਤੁਹਾਨੂੰ ਦੱਸ ਦਿੰਦਾ। ਪਸਲੀ ਦੇ ਵਿੱਚ ਵੀ ਇਹ ਹੋ ਰਿਹਾ ਤੇ ਉੱਥੇ ਬਾਕੀ ਚੀਜ਼ਾਂ ਦੇ ਵਿੱਚ ਤੇ ਤੁਸੀਂ ਤੁਹਾਨੂੰ ਲੱਗਦਾ ਹੈ ਕਿ ਖੁਦਮੁਖਤਾਰੀ ਉਹਨਾਂ ਦੇ ਲੋਕਾਂ ਦੀ ਹੈਗੀ ਹੈ? ਬਿਲਕੁਲ ਨਹੀਂ ਹੈ। ਜੇ ਉੱਥੇ ਦੇ ਲੋਕੀ ਆਪਣੇ ਹੱਕ ਮੰਗ ਰਹੇ ਨੇ, ਇੰਟਰਨਲ ਹੋ ਸਕਦਾ ਹੈ। देखिए मैं अब्दुल कयूम साहब मैं करना सहमत हूं, इंटरनल हो सकता है, इंटरनल हो सकता है, पर जो उत्थे लोगों की आवाज है, आजादी दी तहरीक जो चल रही है, ਉਹਦਾ ਰੀਜ਼ਨ ਵੀ ਤੁਹਾਨੂੰ ਆਪ ਨੂੰ ਕੰਟਰੋਲ ਕਰਨੀ ਚਾਹੀਦੀ ਹੈ। ਜਿਹੜੇ 1% ਵੀ ਨਹੀਂ ਹੈ, ਤੁਸੀਂ 5% ਲੋਕਾਂ ਦੀ ਗੱਲ ਕਰ ਰਹੇ ਹੋ, ਮੈਂ ਮੈਜੋਰਿਟੀ ਦੀ ਗੱਲ ਕਰ ਰਿਹਾ। ਜਿਸ ਤਰ੍ਹਾਂ ਇਹਨਾਂ ਆਜ਼ਾਦ ਕਸ਼ਮੀਰ ਦੇ ਵਿੱਚ ਅਵਾਮੀ ਐਕਸ਼ਨ ਕਮੇਟੀ ਦੀ ਗੱਲ ਕੀਤੀ ਹੈ, ਇਹ ਹੈ ਕਿ ਸਾਡੇ ਉੱਥੇ ਧਰਨੇ ਦੇ ਵਿੱਚ ਕਿਸੇ ਬੰਦੇ ਕੋਈ ਆਜ਼ਾਦੀ ਦਾ ਨਾਰਾ ਨਹੀਂ ਲਾਇਆ। ਉੱਥੇ ਲੋਕਾਂ ਦੇ ਬੇਸਿਕ ਰਾਈਟ ਨੇ, ਉੱਥੇ ਲੋਕਾਂ ਦੇ ਆਟੇ ਦਾ ਮਸਲਾ, ਬਲੋਚਿਸਤਾਨ ਦੀ ਗੱਲ ਕਰ ਰਹੇ ਨੇ, ਬਿਜਲੀ ਦਾ ਮਸਲਾ ਹੈ, ਪਾਣੀ ਦਾ ਚਲੋ ਠੀਕ ਹੈ, ਮੈਂ ਮਾਫੀ ਚਾਹੁੰਦੀ ਹਾਂ, ਰੋਕਣਾ ਪੈ ਰਿਹਾ, ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ ਜੀ। ਮੈਂ ਮਾਫੀ ਚਾਹਾਂਗੀ, ਅੱਧ ਵਿਚਾਲੇ ਮੈਂ ਰੋਕ ਰਹੀ ਹਾਂ। ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਵਾਸਤੇ, ਆਪਣਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਹੈ। ਫਿਲਹਾਲ ਜ਼ਰੂਰ ਇਸ ਪੂਰੇ ਮਸਲੇ ਦੇ ਉੱਪਰ ਪਾਕਿਸਤਾਨ ਦੀ ਫੌਜ ਸਰਕਾਰ ਚੁੱਪੀ ਸਾਧ ਕੇ ਬੈਠੀ ਹੋਈ ਹੈ, ਲੇਕਿਨ ਪਾਕਿਸਤਾਨ ਦੇ ਵਿੱਚ ਕਿਸ ਤਰੀਕੇ ਦੇ ਨਾਲ ਬਗਾਵਤ ਹੈ ਜਗ ਜ਼ਾਹਿਰ ਹੈ। ਖੈਬਰ ਪਖਤੂਨਖਵਾ ਹੋਵੇ, ਬਲੋਚਿਸਤਾਨ ਹੋਵੇ, POJK ਦੇ ਵਿੱਚ ਜਿਸ ਤਰੀਕੇ ਦੇ ਨਾਲ ਫੌਜ ਦੇ ਵੱਲੋਂ ਜੋ ਗੋਲੀਆਂ ਚਲਾਈਆਂ ਗਈਆਂ, ਜੋ ਬਲੋਚਿਸਤਾਨ ਦੇ ਲੋਕ ਨੇ ਉਹਨਾਂ ਨੂੰ ਲਾਪਤਾ ਕੀਤਾ ਜਾ ਰਿਹਾ ਹੈ। ਪਾਕਿਸਤਾਨ ਦੀ ਹੀ ਇੱਕ ਕਮਿਸ਼ਨ ਦੇ ਵੱਲੋਂ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਸੀ ਕਿ ਹੁਣ ਤੱਕ ਕਿੰਨੇ ਲੋਕ ਜਿਹੜੇ ਨੇ ਗਾਇਬ ਹੋਏ ਨੇ, 10,000 ਦੇ ਆਸ-ਪਾਸ ਕੇਸ ਜਿਹੜੇ ਸੀ ਉਹ ਸਾਹਮਣੇ ਆਏ। ਪੰਜਾਬ ਹੋਵੇ, ਸਿੰਧ ਹੋਵੇ ਜਾਂ ਖੈਬਰ ਪਖਤੂਨਖਵਾ ਜਾਂ ਫਿਰ ਬਲੋਚਿਸਤਾਨ। ਫਿਲਹਾਲ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਾਕਿਸਤਾਨ ਦੀ ਸਿਚੁਏਸ਼ਨ ਕਿਸ ਤਰੀਕੇ ਦੀ ਰਹੇਗੀ ਦੇਖਣਾ ਅਹਿਮ ਹੋਏਗਾ, ਲੇਕਿਨ ਬਲੋਚਿਸਤਾਨ ਨੇ ਆਜ਼ਾਦੀ ਦਾ ਝੰਡਾ ਜ਼ਰੂਰ ਉੱਥੇ ਲਹਿਰਾ ਦਿੱਤਾ ਹੈ। ਧੰਨਵਾਦ।